ANB न्यूज़ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਚਰਚਾ ਕਰਾਂਗੇ ਕਿ ਪੰਜਾਬ ਦਾ ਖਜ਼ਾਨਾ ਵਾਕਈ ਖਾਲੀ ਹੈ ਕਿ ਸਿਰਫ ਗੱਲਾਂ ਬਾਤਾਂ ਦੇ ਨਾਲ ਹੀ ਪੰਜਾਬ ਦੀ ਜਨਤਾ ਨੂੰ ਇਹ ਲਗਾਤਾਰ ਦੱਸਿਆ ਜਾ ਰਿਹਾ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ ਜੀ, ਪੀਪੇ ਖੜਕ ਚੁੱਕੇ ਨੇ। ਜਦੋਂ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਆ, ਮਤਲਬ 2017 ਤੋਂ, ਉਦੋਂ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਕਿਸੇ ਵੀ ਮੰਤਰੀ ਦੇ ਨਾਲ ਗੱਲ ਕਰ ਲਓ, ਪੰਜਾਬ ਦੇ ਕਿਸੇ ਵੀ ਕਾਂਗਰਸੀ ਲੀਡਰ ਦੇ ਨਾਲ ਗੱਲ ਕਰ ਲਓ ਤਾਂ ਬਹੁਤ ਸਾਰੀਆਂ ਗੱਲਾਂ ਦਾ ਇੱਕੋ ਜਵਾਬ ਹੁੰਦਾ ਕਿ ਖਜ਼ਾਨਾ ਖਾਲੀ ਆ। ਸੂਬਾ ਬਾਦਲ ਤੇ ਹਰ ਵੇਲੇ ਇਸੇ ਗੱਲ ਤੇ ਹੀ ਜ਼ਿਆਦਾ ਜ਼ੋਰ ਦਿੰਦੇ ਨੇ ਕਿ ਖਜ਼ਾਨਾ ਖਾਲੀ ਆ। ਜਿਹੜੀ ਪਿਛਲੀ ਅਕਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ 10 ਸਾਲ ਰਾਜ ਕੀਤਾ, ਸਾਨੂੰ ਵਿਰਾਸਤ 'ਚ ਹੀ ਖਜ਼ਾਨਾ ਖਾਲੀ ਮਿਲਿਆ। ਵਹੀ ਖਾਤੇ ਖਾਲੀ ਨੇ। ਹਾਲਾਂਕਿ ਜਦੋਂ 2017 ਸਰਕਾਰ ਬਣਦੀ ਤੇ ਇੱਕ ਵਾਈਟ ਪੇਪਰ ਵੀ ਵਿਧਾਨ ਸਭਾ ਦੇ ਵਿੱਚ ਜਾਰੀ ਕੀਤਾ ਜਾਂਦਾ ਕਿ ਪਿਛਲੀ ਸਰਕਾਰ ਨੇ ਪੰਜਾਬ ਨੂੰ ਲੁੱਟ-ਪੁੱਟ ਲਿਆ ਗਿਆ, ਪੰਜਾਬ ਨੂੰ ਤਬਾਹੀ ਦੇ ਕੰਢੇ ਲੈਣ ਦਾ, ਪੰਜਾਬ ਦਾ ਆਰਥਿਕ ਨੂੰ ਤਬਾਹ ਕਰ ਦਿੱਤਾ, ਆਰਥਿਕਤਾ ਨੂੰ, ਪੰਜਾਬ ਦੀਆਂ ਪ੍ਰਾਪਰਟੀਆਂ ਵੇਚਤੀਆਂ। ਇਹ ਸਾਰੀਆਂ ਗੱਲਾਂ ਪਿਛਲੇ ਕਰੀਬ 3.5 ਸਾਲ ਤੋਂ ਪੰਜਾਬ ਦੀ ਜਨਤਾ ਸੁਣਦੀ ਆ ਰਹੀ ਆ। ਲੇਕਿਨ ਨੇ ਆਪਣੇ ਵਾਸਤੇ ਕੁਝ ਕਰਨਾ ਹੁੰਦਾ ਤਾਂ ਫਿਰ ਚੇਤਾ ਭੁੱਲ ਜਾਂਦਾ ਹੈਗਾ ਕਿ ਵਾਕਈ ਖਜ਼ਾਨਾ ਖਾਲੀ ਹੈ ਜਾਂ ਫਿਰ ਪੈਸਿਆਂ ਦਾ ਪ੍ਰਬੰਧ ਕੀਤਾ ਜਾਂਦਾ। ਇੱਕ ਮਾਮੂਲੀ ਜੀ ਗੱਲ, ਇੱਕ ਮਾਮੂਲੀ ਜਿਹਾ ਵਾਅਦਾ ਸੀ ਪੰਜਾਬ ਦੇ ਨੌਜਵਾਨਾਂ ਦੇ ਨਾਲ ਸਮਾਰਟਫੋਨ ਦਾ। ਕਈ ਲੋਹੜੀਆਂ ਆਈਆਂ, ਕਈ ਦੀਵਾਲੀਆਂ ਆਈਆਂ, ਕਈ ਨਵੇਂ ਸਾਲ ਆਏ, ਕਈ ਵਿਸਾਖੀ ਆਈਆਂ, ਪਰ ਉਹ ਵਾਅਦਾ ਨਹੀਂ ਪੂਰਾ ਆਇਆ। ਜਦ ਪੂਰਾ ਕਰਨ ਦਾ ਸਮਾਂ ਆਇਆ ਤੇ ਕਹਿੰਦੇ ਜੀ ਕੋਰੋਨਾ ਫੈਲ ਚੁੱਕਾ ਹੈ ਤੇ ਚਾਈਨਾ ਤੋਂ ਆਰਡਰ ਦਿੱਤੇ ਸੀ। ਤੇ ਉਸ ਤੋਂ ਬਾਅਦ ਨਰਿੰਦਰ ਮੋਦੀ ਦੀ ਸਰਕਾਰ ਨੇ ਜੋ ਦੇਸ਼ ਭਰ ਦੀ ਜਨਤਾ ਨੂੰ ਇਹ ਅਹਿਸਾਸ ਕਰਵਾ ਦਿੱਤਾ ਕਿ ਜੀ ਉਹਨਾਂ ਨੇ ਸਾਡੇ 20 ਸੈਨਿਕ ਸ਼ਹੀਦ ਕੀਤੇ ਹੈਗੇ ਤੇ ਅੱਜ ਤੋਂ ਬਾਅਦ ਸਾਡੇ ਜਿਹੜੇ ਨਾਤੇ ਨੇ ਆਰਥਿਕਤਾ ਅਸੀਂ ਤੋੜ ਦੇਣੀ, ਅਸੀਂ 69 ਉਹਨਾਂ ਦੇ ਜਿਹੜੇ ਐਪ ਨੇ ਉਹ ਡਿਲੀਟ ਕਰ ਦਿੱਤੇ ਨੇ। ਤੇ ਕੈਪਟਨ ਅਮਰਿੰਦਰ ਸਿੰਘ ਵਾਸਤੇ ਇੱਕ ਹੋਰ ਮੌਕਾ ਮਿਲ ਗਿਆ ਕਿ ਜਿਸ ਕੰਪਨੀ ਦੇ ਨਾਲ ਐਗਰੀਮੈਂਟ ਕੀਤਾ ਜੀ ਉਹਦੇ ਜਿਹੜੇ ਮੋਬਾਈਲ ਦੇ ਵਿੱਚ ਸੰਦ ਨੇ ਉਹ ਚਾਈਨਾ ਦੇ ਹੋਏ ਤੇ ਫਿਰ ਇਹ ਵਾਅਦਾ ਪੂਰਾ ਕਰਨਾ ਔਖਾ ਹੋ ਜਾਊਗਾ ਸਮੇਂ ਸਿਰ। ਲੇਕਿਨ ਫਿਲਹਾਲ ਅਸੀਂ ਗੱਲ ਕਰਾਂਗੇ ਕਿ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਨਵੀਆਂ ਜਿਹੜੀਆਂ 17 ਇਨੋਵਾ ਗੱਡੀਆਂ ਖਰੀਦ ਲਈਆਂ ਜੀ। ਔਰ ਕਮਾਲ ਦੀ ਗੱਲ ਹੈ ਕਿ ਇਹਦੇ 'ਚ ਬਹੁਤੇ ਜਿਹੜੇ ਅਫਸਰ ਨੇ ਉਹ ਇਨੋਵਾ ਗੱਡੀਆਂ ਲੈਣ ਵਿੱਚ ਕਾਮਯਾਬ ਹੋ ਚੁੱਕੇ ਨੇ ਤੇ ਜਿਹੜੇ ਵਿਧਾਇਕ ਨੇ ਉਹ ਵਿਚਾਰੇ ਹੱਥ ਮਲਦੇ ਰਹਿ ਗਏ। ਮਤਲਬ ਕਿ ਜਿਹੜੇ ਬਾਜੀ ਨੇ ਉਹ ਪੰਜਾਬ ਦੇ ਜਿਹੜੇ IAS ਅਫਸਰ ਬਾਜੀ ਮਾਰ ਗਏ ਤੇ ਫਾਡੀ ਰਹਿ ਗਏ ਨੇ ਉਹ ਲੋਕ ਜਿਨ੍ਹਾਂ ਨੂੰ ਲੋਕਾਂ ਨੇ ਚੁਣ ਕੇ ਭੇਜਿਆ ਤੇ ਜਿਨ੍ਹਾਂ ਨੇ ਹਰ ਰੋਜ਼ ਆਪਣੇ ਹਲਕੇ ਦੇ ਵਿੱਚ ਲੋਕਾਂ ਦੇ ਨਾਲ ਮਿਲਣਾ ਜੁਲਣਾ ਹੁੰਦਾ ਨੇ, ਲੋਕਾਂ ਦੀਆਂ ਸ਼ਿਕਾਇਤਾਂ ਸੁਣਨੀਆਂ ਹੁੰਦੀਆਂ ਨੇ, ਕਈ ਤਰ੍ਹਾਂ ਦੇ ਪ੍ਰੋਗਰਾਮ ਅਟੈਂਡ ਕਰਨੇ ਹੁੰਦੇ ਨੇ ਕਿਉਂਕਿ ਉਹ ਚੁਣੇ ਹੋਏ ਨੁਮਾਇੰਦੇ ਨੇ। ਤੇ ਹਰ ਕਰੀਬ ਇੱਕ ਵਿਧਾਇਕ ਦੇ ਕੋਲ ਅਗਰ ਮੋਟੇ ਜਿਹੇ ਹਿਸਾਬ ਲਾਈਏ ਤਾਂ 200 ਤੋਂ ਜ਼ਿਆਦਾ ਪਿੰਡ ਬਣ ਜਾਂਦੇ ਨੇ ਜਿਹੜੇ ਖਾਸ ਕਰਕੇ ਪੇਂਡੂ ਹਲਕੇ ਨੇ। ਤੇ ਅਫਸਰ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ 16 ਸੈਕਟਰ ਦੇ ਵਿੱਚ, 7 ਸੈਕਟਰ ਦੇ ਵਿੱਚ ਜਾਂ 24 ਸੈਕਟਰ ਦੇ ਵਿੱਚ ਅਫਸਰ ਵੱਡੇ ਜਿਹੜੇ IAS ਆ, ਜਿਹੜੇ ਸੈਕਟਰੀ ਰੈਂਕ ਦੇ ਅਧਿਕਾਰੀ ਨੇ, ਉਹ ਕੁੱਲ ਮਿਲਾ ਕੇ ਇਹਨਾਂ ਸੈਕਟਰਾਂ ਦੇ ਵਿੱਚ ਰਹਿੰਦੇ ਨੇ। ਤੇ ਜਿੱਥੇ ਉਹ ਡਿਊਟੀ ਕਰਦੇ ਨੇ ਉੱਥੋਂ ਦਾ ਜਿਹੜਾ ਸਫ਼ਰ ਆ ਉਹਨਾਂ ਦੇ ਘਰ ਤੋਂ ਲੈ ਕੇ ਮੁੱਖ ਸਕੱਤਰੇਤ ਤੇ ਮਿੰਨੀ ਸਕੱਤਰੇਤ ਜਾਂ ਡਾਇਰੈਕਟੋਰੇਟ ਨੇ ਉਹ ਕੋਈ 5-6 ਕਿਲੋਮੀਟਰ ਤੋਂ ਜ਼ਿਆਦਾ ਨਹੀਂ ਹੈ। ਮਤਲਬ ਡੇਲੀ 10-20 ਕਿਲੋਮੀਟਰ ਗੱਡੀ ਚੱਲਦੀ ਹੋਣੀ। ਉਹ ਵੱਖਰੀ ਗੱਲ ਹੈ ਕਿ ਅਗਰ ਅਫਸਰ ਆਪਣੇ ਨਿਆਣੇ ਨਹੀਂ ਢੋਂਦੇ ਹੋਣਗੇ ਜਾਂ ਫੈਮਿਲੀ ਨਹੀਂ ਗੱਡੀ ਦੀ ਦੁਰਵਰਤੋਂ ਕਰਦੇ ਹੋਗੇ ਤਾਂ ਫਿਰ ਡੇਲੀ 15-20 ਕਿਲੋਮੀਟਰ ਤੋਂ ਜ਼ਿਆਦਾ ਗੱਡੀ ਨਹੀਂ ਚੱਲਦੀ। ਲੇਕਿਨ ਬਹੁਤੇ ਜਿਹੜੇ ਅਫਸਰ ਨੇ ਉਹਨਾਂ ਦੇ ਨਿਆਣੇ, ਹੁਣ ਵੱਖਰੀ ਗੱਲ ਹੈ ਕਿ ਕਰੋਨਾ ਕਰਕੇ ਸਕੂਲ ਬੰਦ ਨੇ, ਕਾਲਜ ਬੰਦ ਨੇ ਔਰ ਜ਼ਿਆਦਾ ਸ਼ਾਪਿੰਗ ਵੀ ਨਹੀਂ ਹੁੰਦੀ, ਜ਼ਿਆਦਾ ਕਿੱਟੀ ਪਾਰਟੀਆਂ ਵੀ ਨਹੀਂ ਹੁੰਦੀਆਂ। ਅਗਰ ਕਰੋਨਾ ਤੋਂ ਪਹਿਲਾਂ ਤਾਂ ਇਹੀ ਹੈ ਕਿ ਜਿਹੜੇ ਅਫਸਰਾਂ ਦੀਆਂ ਗੱਡੀਆਂ ਦੇ ਵਿੱਚ ਨਿਆਣੇ ਸਕੂਲ ਜਾਂਦੇ ਨੇ, ਨਿਆਣੇ ਟਿਊਸ਼ਨ ਜਾਂਦੇ ਨੇ, ਉਹਨਾਂ ਦੀਆਂ ਜਿਹੜੀਆਂ ਘਰ ਵਾਲੀਆਂ ਨੇ ਉਹ ਕਿੱਟੀ ਪਾਰਟੀ ਜਾਂ ਹੋਰ ਜਿਹੜੀ ਸ਼ਾਪਿੰਗ ਜਾਂ ਜਿਸ ਤਰ੍ਹਾਂ ਦਾ ਵੀ ਆਉਣ ਜਾਣਾ ਸਰਕਾਰੀ ਗੱਡੀਆਂ ਤੇ ਹੁੰਦਾ ਨੇ। ਲੇਕਿਨ ਕੁੱਲ ਮਿਲਾ ਕੇ ਕਹਿ ਸਕਦੇ ਕਿ ਜਿਹੜੀਆਂ 17 ਜਿਹੜੀਆਂ ਨਵੀਆਂ ਗੱਡੀਆਂ ਆਈਆਂ ਨੇ ਉਹਦੇ 'ਚ ਆਮ ਆਦਮੀ ਪਾਰਟੀ ਵਾਲੇ ਵਿਧਾਇਕ ਵਿਚਾਰੇ ਫਿਰ ਫਾਡੀ ਰਹਿ ਗਏ ਨੇ। ਅਮਨ ਅਰੋੜਾ ਸੁਨਾਮ ਤੋਂ ਵਿਧਾਇਕ ਨੇ, ਉਹ ਲੱਕੀ ਨੇ ਜੀ, ਉਹਨਾਂ ਨੂੰ ਕਾਰ ਮਿਲ ਗਈ ਆ ਤੇ ਬਾਕੀ ਜਿਹੜੇ ਉਹਦੇ ਆਮ ਆਦਮੀ ਪਾਰਟੀ ਦੇ ਜਿਹੜੇ ਸਾਥੀ ਨੇ ਉਹ ਵਿਚਾਰੇ ਹੱਥ ਮਲਦੇ ਰਹਿ ਗਏ ਨੇ। ਅਗਰ ਗੱਲ ਕੀਤੀ ਜਾਵੇ ਤਾਂ ਕੁਲਵੰਤ ਸਿੰਘ ਪੰਡੋਰੀ ਦੀ, ਉਹਨਾਂ ਤੇ ਇਹੀ ਕਹਿਤਾ ਕਿ ਉਹਨਾਂ ਨੂੰ ਤੇ ਜਦੋਂ ਦੇ ਉਹ ਵਿਧਾਇਕ ਬਣੇ ਨੇ ਤੇ ਉਹਨਾਂ ਕੋਲ ਖਟਾਰਾ ਗੱਡੀ ਆ ਜੀ ਤੇ ਉਹ ਆਪਣੀ ਜਾਨ ਜੋਖਮ ਵਿੱਚ ਪਾ ਕੇ ਸਫ਼ਰ ਕਰਦੇ ਨੇ।
ਬਠਿੰਡਾ ਦਿਹਾਤੀ ਤੋਂ ਜਿਹੜੇ ਵਿਧਾਇਕ ਨੇ ਰੁਪਿੰਦਰ ਕੌਰ ਰੂਬੀ, ਉਹ ਵੀ ਆਪਣਾ ਦਰਦ ਦੁੱਖ ਸਰਕਾਰ ਨੂੰ ਕਈ ਵਾਰ ਦੱਸ ਚੁੱਕੇ ਨੇ। ਇੱਕ ਵਾਰ ਤੇ ਉਹ ਬਾਲ ਬੱਚੇ ਨੇ ਕਿ ਉਹਨਾਂ ਦੀ ਗੱਡੀ ਦਾ ਜਿਹੜਾ ਸਟੀਅਰਿੰਗ ਆ ਉਹ ਲੌਕ ਹੋ ਗਿਆ ਸੀ ਤੇ ਮਸਾਂ ਬੱਚੇ ਸੀ, ਲੇਕਿਨ ਉਸ ਤੋਂ ਬਾਅਦ ਵੀ ਸਰਕਾਰ ਨੇ ਉਹਨਾਂ ਦੀ ਗੱਡੀ ਨਹੀਂ ਬਦਲੀ। ਗੱਡੀ ਬਾਅਦ 'ਚ ਉਹਨਾਂ ਨੂੰ ਨਵੀਂ ਦੇਣੀ ਬਣਦੀ ਸੀ ਕਿਉਂਕਿ ਗੱਡੀ ਦੀ ਮਿਆਦ ਪੂਰੀ ਹੋ ਚੁੱਕੀ, ਲੇਕਿਨ ਸ਼ਾਇਦ ਬਾਅਦ 'ਚ ਬਦਲਾ ਕੇ ਦਿੱਤੀ ਗਈ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਤਰਕ ਹੈ ਕਿ ਜਿਹੜੇ ਵਿਧਾਇਕ ਨੇ ਚਾਹੇ ਉਹ ਕਿਸੇ ਵੀ ਪਾਰਟੀ ਦੇ ਨੇ, ਉਹ ਤੇ 24 ਘੰਟੇ ਡਿਊਟੀ ਕਰਦੇ ਨੇ ਤੇ ਜਿਹੜੇ ਬਹੁਤੇ ਜਿਹੜੇ ਅਫਸਰ ਨੇ ਉਹ ਘਰ ਤੋਂ ਦਫ਼ਤਰ ਤੋਂ ਘਰ ਆਉਂਦੇ ਜਾਂਦੇ ਨੇ। ਤੇ ਇਹ ਜਿਹੜੇ ਵਿਧਾਇਕ ਨੇ ਵਿਚਾਰੇ ਰਹਿ ਗਏ ਰੋਂਦੇ, ਤੇ ਜਿਹੜੇ 17 ਜਿਹੜੀਆਂ ਨਵੀਆਂ ਗੱਡੀਆਂ ਖਰੀਦੀਆਂ ਨੇ ਉਹਦੇ 'ਚ ਅਫਸਰ ਜ਼ਿਆਦਾ ਬਾਜੀ ਮਾਰ ਗਏ ਜੀ। ਅਫਸਰਾਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਜਿਹੜੇ ਪੰਜਾਬ ਦੇ ਮੁੱਖ ਸਕੱਤਰ ਦੀ ਕੁਰਸੀ ਤੋਂ ਵਿਹਲੇ ਕਰਕੇ ਤੇ ਇੱਕ ਨਵੀਂ ਕੁਰਸੀ ਉਹਨਾਂ ਨੂੰ ਦਿੱਤੀ ਗਈ, ਉਹਨਾਂ ਵਾਸਤੇ ਨਵੀਂ ਕੁਰਸੀ ਬਣਾਈ ਗਈ ਜੀ। ਕਰਨ ਅਵਤਾਰ ਸਿੰਘ ਜਿਨ੍ਹਾਂ ਨੂੰ ਵਾਟਰ ਰੈਗੂਲੇਟਰੀ ਅਥਾਰਟੀ ਦਾ ਚੇਅਰਮੈਨ ਲਗਾਇਆ ਜੀ, ਉਹ ਵੀ ਨਵੀਂ ਇਨੋਵਾ ਕਾਰ ਲੈਣ ਵਿੱਚ ਕਾਮਯਾਬ ਹੋ ਗਏ ਜੀ। ਲੱਕੀ ਨੇ ਜੀ ਪਹਿਲਾਂ ਮੁੱਖ ਸਕੱਤਰ ਲੱਗੇ, ਫਿਰ ਮੁੱਖ ਸਕੱਤਰ ਤੋਂ ਬਾਅਦ ਇੱਕ ਨਵੀਂ ਕੁਰਸੀ ਦਿੱਤੀ, ਉਹ ਨਵੀਂ ਕੁਰਸੀ ਦੇ ਨਾਲ ਹੀ ਨਵੀਂ ਗੱਡੀ ਵੀ ਦੇ ਦਿੱਤੀ ਗਈ। ਗੱਲ ਤਾਂ ਹੀ ਬਣਦੀ ਹੈਗੀ ਜੀ, ਜੇ ਨਵੀਂ ਕੁਰਸੀ ਦਿੱਤੀ ਤੇ ਨਵੀਂ ਗੱਡੀ ਵੀ ਤੇ ਬਣਦੀ ਸਰਕਾਰ ਨੂੰ ਦੇਣੀ, ਤੇ ਸ਼ਾਇਦ ਕੈਪਟਨ ਸਰਕਾਰ ਨੇ ਆਪਣਾ ਫਰਜ਼ ਨਿਭਾਇਆ ਜੀ। ਔਰ ਨਾਲ ਦੀ ਨਾਲ ਅਗਰ ਗੱਲ ਕੀਤੀ ਜਾਵੇ ਜਿਹੜੇ ਵਧੀਕ ਮੁੱਖ ਸਕੱਤਰ ਨੇ ਸੰਜੇ ਕੁਮਾਰ ਜੀ ਤੇ ਪ੍ਰਮੁੱਖ ਸਕੱਤਰ ਵੇਣੂ ਪ੍ਰਸ਼ਾਦ, ਮੁੱਖ ਸਕੱਤਰ ਜਿਹੜੇ ਇਹ ਕੈਪ ਸਿਨਹਾ ਜਿਨ੍ਹਾਂ ਨੂੰ ਕਿਹਾ ਜਾਂਦਾ ਜੀ KAP ਸਿਨਹਾ, ਤੇ ਪ੍ਰਮੁੱਖ ਸਕੱਤਰ ਤੇਜਵੀਰ, ਇਹ ਵੀ ਨਵੀਂ ਗੱਡੀ ਇਹਨਾਂ ਨੂੰ ਮਿਲੇਗੀ। ਲੇਕਿਨ ਜਿਹੜੇ ਵਿਚਾਰੇ ਵਿਧਾਇਕ ਨੇ ਉਹ ਗੱਡੀ ਨਹੀਂ ਲੈ ਸਕੇ ਤੇ ਪੁਰਾਣੀਆਂ ਗੱਡੀਆਂ ਦੇ ਵਿੱਚ ਹੀ ਉਹਨਾਂ ਦਾ ਗੁਜ਼ਾਰਾ ਹੋ ਰਿਹਾ। ਔਰ ਕਈ ਗੱਡੀਆਂ ਸਰਕਾਰ ਨੇ ਜਿਹੜੇ ਛੋਟੇ ਅਫਸਰ ਹੋਣਗੇ ਜਾਂ ਰੈਂਕ ਦੇ ਜੀ, ਉਹਨਾਂ ਵਾਸਤੇ ਟਾਇਰ ਬਦਲ ਦਿੱਤੇ ਹੈਗੇ ਨੇ ਗੱਡੀਆਂ ਦੇ ਜੀ, ਤੇ ਉਹਨਾਂ ਲਈ ਨਵੇਂ ਟਿਊਬਲੈਸ ਟਾਇਰ ਖਰੀਦੇ ਗਏ ਨੇ। ਇਹ ਜਿਹੜੀ ਜਾਣਕਾਰੀ ਆ ਜੀ। ਔਰ ਕੁੱਲ ਮਿਲਾ ਕੇ ਅਗਰ ਗੱਲ ਕੀਤੀ ਜਾਵੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਲਗਾਤਾਰ ਗੱਡੀਆਂ ਖਰੀਦ ਰਹੀ ਜੀ। ਜਦ ਮਾਰਚ ਮਹੀਨੇ 2017 ਸਰਕਾਰ ਬਣੀ ਤੇ ਪਹਿਲੀ ਕੈਬਨਿਟ ਦੇ ਵਿੱਚ ਬਹੁਤ ਜ਼ਿਆਦਾ ਵੱਡੇ ਫੈਸਲੇ ਲਏ ਸੀ ਜੀ। ਖਜ਼ਾਨਾ ਮੰਤਰੀ ਮਨ ਸਿੰਘ ਬਾਦਲ ਉਹ ਫੈਸਲੇ ਸੁਣਾਉਂਦੇ ਥੱਕ ਗਏ ਸੀ, ਤੇ ਜਿਹੜੇ ਮੀਡੀਆ ਕਰਮੀ ਪੰਜਾਬ ਭਵਨ ਦੇ ਬਾਹਰ ਇੰਤਜ਼ਾਰ ਕਰ ਰਹੇ ਸੀ ਤੇ ਉਹ ਰਿਕਾਰਡਿੰਗ ਕਰਦੇ ਥੱਕ ਗਏ ਸੀ ਕਿ 100 ਤੋਂ ਜ਼ਿਆਦਾ ਫੈਸਲੇ ਲਏ ਗਏ ਸੀ ਔਰ ਬਹੁਤ ਮਹੱਤਵਪੂਰਨ ਫੈਸਲੇ ਲਏ ਗਏ ਸੀ। ਇੱਦਾਂ ਲੱਗਦਾ ਸੀ ਕਿ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਹੈ ਜੀ, ਉਹਦੇ ਨਾਲ ਹੁਣ ਪੰਜਾਬ ਦੀ ਕਾਇਆ ਕਲਪ ਜਾਣੀ ਹੈਗੀ ਆ। ਐਡੇ ਵੱਡੇ ਫੈਸਲੇ ਉਹ ਸ਼ਾਇਦ ਅਗਰ ਉਹ ਫੈਸਲਿਆਂ ਨੂੰ ਦਸਤਾਵੇਜ਼ ਕਰਕੇ ਇੱਕ ਕਿਤਾਬ ਬਣਾ ਲਈ ਜਾਵੇ ਤੇ ਉਹ ਕਿਤਾਬ ਬਹੁਤ ਹੀ ਜ਼ਿਆਦਾ ਵਿਕੇਗੀ, ਕਿਉਂਕਿ ਐਡੇ ਵੱਡੇ ਫੈਸਲੇ ਸਰਕਾਰ ਦਾ ਬਹੁਤ ਵੱਡੇ ਕਹਿ ਸਕਦੇ ਕਿ ਇੱਕ ਵਿਜ਼ਨ ਦਿਖਿਆ ਸੀ ਕਿ ਵਾਕਈ ਬਹੁਤ ਵੱਡੇ ਫੈਸਲੇ ਲੈਣੇ ਜਿਹੜੇ ਅੱਜ ਕੈਬਨਿਟ ਮੰਤਰੀ ਸਿਰ ਜੋੜ ਕੇ ਬੈਠੇ ਨੇ ਤੇ ਉਹ ਪੰਜਾਬ ਦੀ ਕਾਇਆ ਕਲਪਨਾ ਚਾਹੁੰਦੇ ਨੇ। ਪਰ ਹਾਲਾਤ ਤੁਹਾਨੂੰ ਸਾਰਿਆਂ ਨੂੰ ਪਤਾ। ਅਪ੍ਰੈਲ 2018 ਦੇ ਵਿੱਚ ਵੀ ਇੱਕ ਮੀਟਿੰਗ ਹੋਈ ਸੀ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਜੀ, ਤੇ ਉਦੋਂ ਵੀ ਸਰਕਾਰ ਨੇ ਨਵੀਆਂ ਗੱਡੀਆਂ ਖਰੀਦਣ ਦੀ ਇੱਕ ਕਹਿ ਸਕਦੇ ਕਿ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਔਰ ਉਹ ਕਾਰਵਾਈ ਦੇ ਮੁਤਾਬਕ ਮੁੱਖ ਮੰਤਰੀ ਦਫ਼ਤਰ ਲਈ ਉਦੋਂ 24 ਜਿਹੜੀਆਂ ਲਗਜ਼ਰੀ ਗੱਡੀਆਂ ਖਰੀਦਣ ਦੀ ਤਜਵੀਜ਼ ਤੇ ਘੁੱਗੀ ਮਾਰੀ ਗਈ ਸੀ, ਹਰੀ ਝੰਡੀ ਦਿੱਤੀ ਗਈ, ਤੇ ਜਿਨ੍ਹਾਂ ਦੇ ਕਰੀਬ ਉਸ ਸਮੇਂ 7 ਕਰੋੜ ਰੁਪਏ ਦਾ ਖਰਚਾ ਆਇਆ ਸੀ। ਇਹਨਾਂ 24 ਗੱਡੀਆਂ ਦੇ ਵਿੱਚ 2 ਤੇ ਜਿਹੜੀਆਂ ਬੁਲਟ ਪ੍ਰੂਫ ਜਿਹੜੀ ਲੈਂਡ ਕਰੂਜ਼ਰ ਗੱਡੀਆਂ ਜੀ, ਉਹ ਕਰੀਬ 3 ਕਰੋੜ 40 ਕਰੋੜ ਦੀ ਤਿਆਰੀ ਸੀ ਉਹ CM ਮੁਕਾਬਲੇ 'ਚ। ਇਸੇ ਤਰ੍ਹਾਂ ਉਦੋਂ 1.5 ਕਰੋੜ ਦੇ ਵਿੱਚ 7 ਨੋਵਾ ਤੇ 1 ਕਰੋੜ 30 ਲੱਖ ਦੇ ਵਿੱਚ 13 ਮਹਿੰਦਰਾ ਗੱਡੀਆਂ ਤੇ 40 ਲੱਖ 'ਚ 2 ਹੋਰ ਇਨੋਵਾ ਖਰੀਦਣ ਕਾਰਾਂ ਦੀ ਤਜਵੀਜ਼ ਪਾਸ ਕੀਤੀ ਗਈ ਸੀ ਜੀ। ਤੇ ਮੁੱਖ ਮੰਤਰੀ ਦੇ ਜਿਹੜੇ ਕਾਫਲਾ ਜੀ, ਉਹਦੇ 'ਚ ਅਗਰ ਸਿਕਿਉਰਿਟੀ ਵਾਲੇ ਕਾਫਲੇ ਨੂੰ ਬਾਹਰ ਰੱਖਿਆ ਜਾਵੇ, ਉਹਨਾਂ ਦੀ ਅਗਰ ਗਿਣਤੀ ਨਾ ਕੀਤੀ ਜਾਵੇ ਤੇ ਸੁੱਖ ਦੇ ਨਾਲ 40 ਕੀ ਗੱਡੀਆਂ ਹੈਗੀਆਂ ਜਿਹੜੀਆਂ ਮੁੱਖ ਮੰਤਰੀ ਦੇ ਕਾਫਲੇ ਵਿੱਚ ਚੱਲਦੀਆਂ ਨੇ। ਔਰ ਇਸੇ ਤਰ੍ਹਾਂ ਜਿਹੜੇ ਕੈਬਨਿਟ ਮੰਤਰੀ ਜੀ, ਉਹਨਾਂ ਵਾਸਤੇ 18 ਨਵੀਆਂ ਟੋਇਟਾ ਜਿਹੜੀਆਂ ਫੋਰਚੂਨਰ ਗਾੜੀ ਆ ਜਾਂ ਟੋਇਟਾ ਕੈਮਰੀ, ਇਹ ਵੀ ਕਿਉਂਕਿ ਸਾਰੇ ਮੰਤਰੀ ਵੱਡੇ ਮੰਤਰੀ ਨੇ ਤੇ ਵੱਡੀਆਂ ਕਾਰਾਂ ਲੈਣ ਤੇ ਤਾਂ ਹੀ ਗੱਲ ਬਣਦੀ ਆ। ਪਿੰਡਾਂ ਦੇ ਵਿੱਚ ਹੀ ਲੋਕ ਇਨੋਵਾ ਘੁਮਾਈ ਫਿਰਦੇ ਨੇ ਤੇ ਫਿਰ ਮੰਤਰੀ ਤੇ ਇਹੀ ਚਾਹੁੰਦੇ ਨੇ ਕਿ ਇਨੋਵਾ ਤੇ ਹੁਣ ਜਣੇ ਖਣੇ ਕੋਲ ਆ ਗਏ ਤੇ ਸਾਡੇ ਕੋਲ ਤੇ ਘੱਟੋ ਘੱਟ ਫੋਰਚੂਨਰ ਹੋਣੀ ਚਾਹੀਦੀ ਆ, ਫਿਰ ਹੀ ਗੱਲ ਬਣਦੀ ਹੈਗੀ ਆ।
ਫੋਰਚੂਨਰ ਕਾਰ ਦੇ ਉੱਪਰ ਝੰਡੀ ਹੋਵੇ ਤੇ ਫਿਰ ਇਲਾਕੇ ਦੇ ਵਿੱਚ ਤੇ ਪੰਜਾਬ ਦੇ ਵਿੱਚ ਠੁੱਕ ਬਣਦੀ ਆ। ਅਦਰਵਾਈਜ਼ ਤਾਂ ਅਗਰ ਛੋਟੀ ਗੱਡੀ ਹੋਵੇ ਤਾਂ ਗੱਲ ਨਹੀਂ ਬਣਦੀ, ਕੋਈ ਪੁੱਛਦਾ ਵੀ ਨਹੀਂ ਹੈਗਾ। ਜਿੱਡੀ ਵੱਡੀ ਗੱਡੀ ਹੋਊਗੀ, ਜਿੱਡੀ ਵੱਡੀ ਸਿਕਿਉਰਿਟੀ ਹੋਊਗੀ, ਗੱਲ ਤਾਂ ਹੀ ਬਣਦੀ ਆ, ਗੱਲ ਤਾਂ ਹੀ ਫੱਬਦੀ ਆ ਜੀ। ਔਰ ਇਸ ਕਰਕੇ ਉਦੋਂ ਇਹ ਵੀ ਗੱਲ ਕੀਤੀ ਗਈ ਸੀ। ਔਰ ਨਾਲ ਦੀ ਨਾਲ ਜਿਹੜੇ ਸਲਾਹਕਾਰ ਨੇ ਜੀ ਉਹਨਾਂ ਵਾਸਤੇ ਵੀ ਗੱਡੀਆਂ ਖਰੀਦੀਆਂ ਗਈਆਂ ਸੀ। ਔਰ ਫਿਰ ਜਨਵਰੀ 2020 ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਨੇ ਇੱਕ ਹੋਰ ਲਗਜ਼ਰੀ ਗੱਡੀਆਂ ਦਾ ਜਿਹੜਾ ਫਲੀਟ ਖਰੀਦਣ ਦਾ ਕੰਮ ਸ਼ੁਰੂ ਕਰਤਾ ਸੀ ਜੀ। ਉਹ 5 ਕਰੋੜ ਆਏਗਾ ਖਰਚਾ ਜੀ, ਤੇ 7 ਨਵੀਆਂ ਗੱਡੀਆਂ ਸੀ। 3 ਜਿਹੜੇ ਮੰਤਰੀ ਨੇ ਉਹ ਵੀ ਚਾਹੁੰਦੇ ਨੇ ਕਿ ਸਾਡੇ ਕੋਲ ਵੀ ਇਨੋਵਾ ਗੱਡੀ, ਇਨੋਵਾ ਨਹੀਂ ਜੀ, ਫੋਰਚੂਨਰ ਗੱਡੀ ਹੋਵੇ। ਇਨੋਵਾ ਤੇ MLA ਵਾਸਤੇ ਹੈ ਜੀ। ਤੇ ਇਹ ਜਿਹੜੀਆਂ ਸਰਕਾਰ ਨੇ ਖਰਚੇ ਬਹੁਤ ਹੀ ਜ਼ਿਆਦਾ ਗੱਡੀਆਂ ਦੇ ਕੀਤੇ ਨੇ। ਕਈ ਜਿਹੜੇ ਵਜ਼ੀਰ ਉਹ ਤੇ ਆਪੋ ਆਪਣੇ ਜਿਹੜੇ ਪ੍ਰਾਈਵੇਟ ਗੱਡੀਆਂ ਖਰੀਦ ਰਹੇ ਨੇ, ਉਹਦੇ ਬਦਲੇ ਕਿਲੋਮੀਟਰ ਦੇ ਹਿਸਾਬ ਦੇ ਨਾਲ ਅਦਾਇਗੀ ਲੈ ਰਹੇ ਨੇ। ਹੁਣ ਸਵਾਲ ਹੈ ਕਿ ਜਿਹੜੀ ਫੋਰਚੂਨਰ ਗੱਡੀ ਹੈ ਜੀ, ਉਹਦੀ ਤਾਂ ਸਾਰਿਆਂ ਨੂੰ ਪਤਾ ਕਿ ਐਵਰੇਜ ਘੱਟ ਹੋਊਗੀ, ਇਨੋਵਾ ਗੱਡੀ ਦੀ ਐਵਰੇਜ ਜ਼ਿਆਦਾ ਹੋਊਗੀ। ਇੱਕ ਜ਼ਮਾਨਾ ਸੀ ਕਿ ਜਿਹੜੇ MLAs ਉਹਨਾਂ ਕੋਲ 44 ਕਾਰਾਂ ਹੁੰਦੀਆਂ ਸੀ, ਲੇਕਿਨ ਜਿਸ ਤਰ੍ਹਾਂ ਨਵੀਆਂ ਗੱਡੀਆਂ ਆ ਰਹੀਆਂ ਔਰ ਉਸੇ ਤਰ੍ਹਾਂ ਹੁਣ ਜਿਹੜੀ ਸਰਕਾਰਾਂ ਉਹ ਵੀ ਨਵੀਆਂ ਤੇ ਵੱਡੀਆਂ ਤੇ ਲਗਜ਼ਰੀ ਗੱਡੀਆਂ ਖਰੀਦਣੇ ਨੇ, ਕਿਉਂਕਿ ਰੁਤਬੇ ਦੇ ਹਿਸਾਬ ਦੇ ਨਾਲ ਹੀ ਗੱਲ ਬਣਦੀ ਹੈਗੀ ਆ ਤੇ ਗੱਲ ਜੱਚਦੀ ਹੈਗੀ ਆ। ਔਰ ਇਸ ਕਰਕੇ ਲਗਾਤਾਰ ਗੱਡੀਆਂ ਖਰੀਦੀਆਂ ਗਈਆਂ ਨੇ। ਔਰ ਕਈ ਮੰਤਰੀ ਕੋਲ ਇਨੋਵਾ ਨੇ ਤੇ ਟਰਾਂਸਪੋਰਟ ਮੰਤਰੀ ਜਿਹੜੇ ਪਹਿਲੇ ਟਰਾਂਸਪੋਰਟ ਮੰਤਰੀ, ਉਹਨਾਂ ਦੇ ਪਹਿਲੇ ਦਿਨ ਹੀ ਇੱਕ ਵੱਡੀ ਗੱਡੀ ਲੈ ਲਈ ਸੀ ਜੀ, ਕਿਉਂਕਿ ਟਰਾਂਸਪੋਰਟ ਮੰਤਰੀ ਆ, ਟਰਾਂਸਪੋਰਟ ਮਹਿਕਮਾ ਹੀ ਗੱਡੀਆਂ ਖਰੀਦਦਾ ਤੇ ਮਹਿਕਮੇ ਵਾਲਿਆਂ ਨੇ ਸੋਚਿਆ ਹੋਊਗਾ ਕਿ ਜੇ ਅਸੀਂ ਬਾਕੀ ਵਜ਼ੀਰਾਂ ਵਾਸਤੇ ਤੇ ਬਾਕੀ ਵਿਧਾਇਕਾਂ ਵਾਸਤੇ ਗੱਡੀਆਂ ਖਰੀਦ ਕੇ ਦੇ ਸਕਦੇ ਹਾਂ ਤੇ ਫਿਰ ਸਾਡਾ ਮੰਤਰੀ ਅਗਰ ਪੁਰਾਣੀ ਗੱਡੀ 'ਚ ਘੁੰਮੂਗਾ, ਵੱਡੀ ਗੱਡੀ 'ਚ ਨਾ ਘੁੰਮੇ ਤੇ ਫਿਰ ਤੇ ਉਹਨਾਂ ਦੀ ਨਲਾਇਕੀ ਆ ਜੀ, ਫਿਰ ਤੇ ਉਹਨਾਂ ਦਾ ਫਰਜ਼ ਨਹੀਂ ਬਣਦਾ। ਜੇ ਅਸੀਂ ਬਗਾਨਿਆਂ ਵਾਸਤੇ ਨਵੀਂ ਗੱਡੀ ਲੈ ਕੇ ਦੇ ਸਕਦੇ ਤੇ ਜਿਹੜਾ ਸਾਡਾ ਘਰ ਦਾ ਮੰਤਰੀ ਆ, ਸਾਡੇ ਮਹਿਕਮੇ ਦਾ ਮੰਤਰੀ ਆ, ਉਹਦੇ ਵਾਸਤੇ ਵੱਡੀ ਗੱਡੀ ਨਾ ਲਈ ਜਾਵੇ ਤੇ ਫਿਰ ਲੋਕੀ ਕੀ ਕਹਿਣਗੇ ਵੀ ਜਿਹੜਾ ਆਪਣੇ ਮੰਤਰੀ ਨੂੰ ਨਹੀਂ ਗੱਡੀਆਂ ਦੇ ਸਕਦਾ, ਵਿਧਾਇਕਾਂ ਨੂੰ ਨਹੀਂ ਗੱਡੀਆਂ ਦੇ ਸਕਦਾ, ਤੇ ਉਹ ਬਗਾਨੇ ਨੂੰ ਕੀ ਲੈ ਕੇ ਦਊਗਾ ਜੀ। ਔਰ ਨਾਲ ਦੀ ਨਾਲ ਕਹਿ ਸਕਦੇ ਕਿ ਪੰਜਾਬ ਦੇ ਵਿੱਚ ਪਿਛਲੇ 10 ਸਾਲ ਅਗਰ ਅਕਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਗੱਲ ਕੀਤੀ ਜਾਵੇ ਜਾਂ ਹੁਣ ਦੀ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ 2007-08 ਤੋਂ ਲੈ ਕੇ ਤੇ 17 ਤੱਕ ਜੀ ਪੰਜਾਬ ਸਰਕਾਰ, ਮਤਲਬ ਜਿਹੜੀ ਪਿਛਲੀ ਅਕਾਲੀ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਸੀ ਜੀ 10 ਸਾਲ, ਉਹਨਾਂ ਨੇ ਕਰੀਬ 37 ਕਰੋੜ ਦੀਆਂ ਲਗਜ਼ਰੀ ਗੱਡੀਆਂ ਖਰੀਦੀਆਂ ਸੀ। ਸਿਰਫ ਲਗਜ਼ਰੀ ਗੱਡੀਆਂ ਖਰੀਦੀਆਂ ਸੀ। ਸ਼ੁਕਰ ਮਨਾਓ 25 ਸਾਲ ਰਾਜ ਕਰਨਾ ਸੀ, ਜਿਹਦੇ 10 ਸਾਲਾਂ ਦੇ ਵਿੱਚ 37 ਕਰੋੜ ਆ ਤੇ 10 ਸਾਲਾਂ ਦੇ ਵਿੱਚ ਫੇਰ ਲਾ ਲਓ 37 ਕਰੋੜ ਤੇ ਫਿਰ 5 ਸਾਲ ਬਚ ਗਏ ਜੀ, ਤੇ 37 ਦਾ ਤੁਸੀਂ ਫਿਰ ਅੱਧ ਲਾ ਲਓ ਜੀ, ਕਿੰਨੇ ਕਰੋੜ ਬਣ ਜਾਂਦੇ ਤੁਸੀਂ ਆਪ ਹਿਸਾਬ ਲਾ ਲਿਓ ਜੀ। ਔਰ ਨਾਲ ਹੀ ਉਸ ਸਮੇਂ ਸਰਕਾਰ ਨੇ 38 ਕਰੋੜ ਰੁਪਏ ਦਾ 2013 'ਚ ਇੱਕ ਨਵਾਂ ਹੈਲੀਕਾਪਟਰ ਵੀ ਖਰੀਦਿਆ ਸੀ। ਇਹ ਜਿਹੜੇ ਸਰਕਾਰਾਂ ਨੇ, ਇਹ ਜਿਹੜੇ ਲੋਕਾਂ ਦਾ ਪੈਸਾ ਉਹ ਕਿਵੇਂ ਗੱਡੀਆਂ 'ਤੇ ਖਰਚ ਕਰ ਰਹੇ ਨੇ, ਇਹ ਲੋਕ ਹੁਣ ਚੰਗੀ ਤਰ੍ਹਾਂ ਵਾਕਫ ਹੋ ਚੁੱਕੇ ਨੇ ਕਿ ਕਿਵੇਂ ਇਹ ਗੱਡੀਆਂ ਖਰੀਦੀਆਂ ਗਈਆਂ ਜੀ। ਸਭ ਤੋਂ ਜ਼ਿਆਦਾ ਜਿਹੜੀਆਂ ਗੱਡੀਆਂ ਖਰੀਦੀਆਂ ਗਈਆਂ ਜੀ ਉਹ 2015-16 ਦੌਰਾਨ 20 ਇਨੋਵਾ ਕਾਰਾਂ ਖਰੀਦੀਆਂ ਗਈਆਂ ਸੀ, ਜਿਨ੍ਹਾਂ ਦੇ ਕਰੀਬ 3 ਕਰੋੜ ਰੁਪਏ ਖਰਚ ਆਇਆ ਸੀ। 8-9 ਦੇ ਵਿੱਚ 17 ਗੱਡੀਆਂ ਖਰੀਦੀਆਂ ਗਈਆਂ, ਜਿਨ੍ਹਾਂ ਤੇ 1 ਕਰੋੜ ਤੇ 50 ਲੱਖ ਖਰਚੇ ਆਏ ਸੀ। ਤੇ 2009-10 ਦੌਰਾਨ ਕਰੀਬ 9 ਲੱਖ ਤੇ 11 ਦੇ ਵਿੱਚ ਕਰੀਬ 18 ਲੱਖ ਖਰਚ ਕੀਤੇ ਗਏ ਸੀ ਗੱਡੀਆਂ ਵਾਸਤੇ ਜੀ। ਇਹ ਸਰਕਾਰ ਦੇ ਅੰਕੜੇ ਨੇ। ਔਰ 15-16 ਦੇ ਵਿੱਚ ਕੁੱਲ 66 ਗੱਡੀਆਂ ਖਰੀਦੀਆਂ ਗਈਆਂ ਸੀ, ਜਿਨ੍ਹਾਂ ਤੇ ਕਰੀਬ 8 ਕਰੋੜ 43 ਲੱਖ ਰੁਪਏ ਦੀ ਖਰਚ ਆਏ ਸਰਕਾਰ ਦੇ। ਉਸ ਸਮੇਂ ਮੁੱਖ ਸੰਸਦੀ ਸਕੱਤਰ ਵੀ ਸ਼ੁਕਰ ਮਨਾਓ ਕਿ ਸੁਪਰੀਮ ਕੋਰਟ ਨੇ ਜਿਹੜੀ ਮੰਤਰੀਆਂ ਦੀ ਫੌਜ ਬਣਾਈ ਜਾਂਦੀ ਸੀ ਉੱਤੇ ਰੋਕ ਲਾਤੀ। ਉਹਨੇ ਮੰਤਰੀ ਹੁੰਦੇ ਤੇ ਮੰਤਰੀਆਂ ਤੋਂ ਵੱਧ ਮੁੱਖ ਸੰਸਦੀ ਸਕੱਤਰ ਹੁੰਦੇ ਸੀ ਜੀ, ਫਿਰ ਰਾਜ ਮੰਤਰੀ ਹੁੰਦੇ ਸੀ। ਇਹ ਵੀ ਅਦਾਲਤਾਂ ਨੇ ਪੰਜਾਬ ਦੇ ਦੇਸ਼ ਦੇ ਲੋਕਾਂ ਦਾ ਪੈਸਾ ਬਚਾ ਲਿਆ, ਨਹੀਂ ਤੇ ਉਨੇ ਹੀ ਵਿਧਾਇਕ ਹੁੰਦੇ ਸੀ ਤੇ ਉਨੇ ਹੀ ਮੰਤਰੀ ਬਣਾਏ ਜਾਂਦੇ ਸੀ। ਪਰ ਵੱਖਰੀ ਗੱਲ ਹੈ ਜੀ, ਹੁਣ ਕਿੰਨੇ ਹੀ ਚੇਅਰਮੈਨ ਬਣਾ ਦਿੱਤੇ ਗਏ ਆ ਜੀ।
25 ਤੇ IAS IPS ਅਧਿਕਾਰੀ ਨੇ ਜਿਹੜੇ ਐਡਜਸਟ ਕੀਤੇ ਗਏ ਨੇ। ਮਤਲਬ ਉਹਨਾਂ ਵਾਸਤੇ ਲਾਜ਼ਮੀ ਤੌਰ ਤੇ ਕਾਰਾਂ ਵੀ ਲੈ ਕੇ ਦਿੱਤੀਆਂ ਹੋਣਗੀਆਂ। ਉਹ ਆਪਣੀਆਂ ਕਾਰਾਂ ਤੇ ਆਉਂਦੇ ਨਹੀਂ ਹੋਣਗੇ ਜੀ, ਆਪਣਾ ਤੇਲ ਤੇ ਫੂਕਦੇ ਨਹੀਂ ਹੋਣਗੇ ਜੀ। ਇਸ ਤੋਂ ਇਲਾਵਾ ਜਿਹੜੇ ਪੋਲੀਟੀਕਲ ਲੋਕ ਨੇ, ਜਿਹੜੇ ਕਾਂਗਰਸ ਪਾਰਟੀ ਦੇ ਵਰਕਰ ਜਾਂ ਲੀਡਰ ਰਹੇ ਨੇ, ਉਹਨਾਂ ਦੀ ਵੀ ਗਿਣਤੀ ਬਹੁਤ ਵੱਡੀ ਆ ਜੀ। ਬਹੁਤ ਸਾਰੇ ਪੰਜਾਬ ਦੇ ਵਿੱਚ ਬੋਰਡ, ਕਾਰਪੋਰੇਸ਼ਨ, ਕਮਿਸ਼ਨ ਨੇ ਜਿਨ੍ਹਾਂ 'ਚ ਉਹਨਾਂ ਨੂੰ ਐਡਜਸਟ ਕੀਤਾ ਗਿਆ। ਕੋਈ ਚੇਅਰਮੈਨ ਆ ਜੀ, ਕੋਈ ਵਾਈਸ ਚੇਅਰਮੈਨ ਆ ਤੇ ਕਈ ਮੈਂਬਰ ਨੇ। ਉਹਨਾਂ ਵਾਸਤੇ ਵੀ ਸ਼ਾਇਦ ਗੱਡੀਆਂ ਦਾ ਪ੍ਰਬੰਧ ਕੀਤਾ ਹੋਊਗਾ। ਇੱਦਾਂ ਦੇ ਅਗਰ ਲੋਕਾਂ ਦਾ ਹਿਸਾਬ ਕਿਤਾਬ ਲਾ ਲਈਏ ਨਾ ਜੀ, ਤੇ ਗਿਣਤੀ ਕਰਨੀ ਔਖੀ ਹੋ ਜਾਂਦੀ ਹੈਗੀ ਕਿ ਕਿੰਨੇ ਬੋਰਡ, ਕਾਰਪੋਰੇਸ਼ਨ ਦੇ ਵਿੱਚ ਮੈਂਬਰ ਲਗਾਏ ਗਏ ਨੇ। ਮਤਲਬ SS ਬੋਰਡ ਦੀ ਗੱਲ ਕੀਤੀ ਜਾਵੇ ਤਾਂ ਲੱਗਦਾ ਕਿ 10 ਮੈਂਬਰ ਹੋਣਗੇ ਜੀ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਗੱਲ ਕੀਤੀ ਜਾਵੇ ਤਾਂ ਸ਼ਾਇਦ 10 ਮੈਂਬਰ ਹੋਣਗੇ ਜੀ। ਰਾਈਟ ਟੂ ਇਨਫੋਰਮੇਸ਼ਨ ਐਕਟ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ 10 ਕੀ ਮੈਂਬਰ ਹੋਣਗੇ। ਉਹ 10 ਮੈਂਬਰਾਂ ਵਾਸਤੇ ਵੀ ਗੱਡੀਆਂ ਦਾ ਸਰਕਾਰ ਨੇ ਪ੍ਰਬੰਧ ਕੀਤਾ ਹੈਗਾ। ਲੇਕਿਨ ਕੁੱਲ ਮਿਲਾ ਕੇ ਆ ਕਿ ਆਪਣੇ ਵਾਸਤੇ ਤਾਂ ਸਰਕਾਰ ਦੇ ਖਜ਼ਾਨੇ ਖੁੱਲ੍ਹੇ ਨੇ। ਉਸ ਵੇਲੇ ਖਜ਼ਾਨਾ ਮੰਤਰੀ ਹੱਸ ਕੇ ਚਾਬੀ ਦੇ ਦਿੰਦੇ ਨੇ ਖਜ਼ਾਨੇ ਦੀ। ਬਾਕੀ ਅਗਰ ਪੰਜਾਬ ਦੇ ਲੋਕਾਂ ਦੀ ਗੱਲ ਕਰਨੀ ਹੋਵੇ ਤੇ ਫਿਰ ਖਜ਼ਾਨਾ ਵੀ ਖਾਲੀ ਆ ਤੇ ਖਾਲੀ ਖਜ਼ਾਨੇ ਦਾ ਜਿੰਦਰਾ ਵੀ ਬੰਦ ਆ ਤੇ ਚਾਬੀ ਦਾ ਕਿਸੇ ਨੂੰ ਪਤਾ ਨਹੀਂ ਕਿ ਕੁੰਜੀ ਤਾਲੇ ਨੂੰ ਲਾ ਕੇ ਕਿੱਥੇ ਸੁੱਟ ਦਿੱਤੀ ਗਈ ਆ। ਪਰ ਸਵਾਲ ਹੈ ਕਿ ਪੰਜਾਬ ਦੀ ਜਨਤਾ ਜਿਸ ਨੇ ਆਪਣੀ ਭਲਾਈ ਵਾਸਤੇ ਸਰਕਾਰ ਚੁਣੀ ਆ, ਸਾਡਾ ਸਰਕਾਰੀ ਸਿਸਟਮ ਐਜੂਕੇਸ਼ਨ ਦੀ ਗੱਲ ਕੀਤੀ ਜਾਵੇ ਤੇ ਲੋਕਾਂ ਦਾ ਮੋਹ ਭੰਗ ਆ ਜੀ। ਸਕੂਲ, ਸਰਕਾਰੀ ਸਕੂਲਾਂ 'ਚ ਕੋਈ ਵੀ ਪੜ੍ਹਾ ਕੇ ਰਾਜੀ ਨਹੀਂ ਆ, ਪ੍ਰਾਈਵੇਟ ਸਕੂਲਾਂ ਨੂੰ ਪਹਿਲ ਆ। ਉਹ ਵੀ ਹੁਣ ਰੌਲਾ ਸ਼ੁਰੂ ਹੋ ਚੁੱਕਾ ਹੈ ਕਿ ਮਾਪੇ ਫੀਸ ਨਹੀਂ ਦੇ ਰਹੇ ਕਿ ਜੀ ਜਦ ਸਕੂਲ ਨਹੀਂ ਖੋਲ੍ਹਦੇ ਤਾਂ ਫੀਸ ਕਾਹਦੇ ਦਈਏ। ਮਾਮਲਾ ਹਾਈ ਕੋਰਟ ਤੱਕ ਗਿਆ, ਸੁਪਰੀਮ ਕੋਰਟ ਤੱਕ ਗਿਆ। ਉਹ ਵੀ ਪ੍ਰਾਈਵੇਟ ਸਕੂਲ ਤੇ ਸਰਕਾਰ ਦੇ ਵਿਚਕਾਰ ਰੇੜਕਾ ਜਾਰੀ ਆ। ਆਨਲਾਈਨ ਸਿਸਟਮ ਪੜ੍ਹਾਇਆ ਦੇ ਜ਼ਰੀਏ ਬੱਚਿਆਂ ਨੂੰ ਪੜ੍ਹਾਈ ਦਿੱਤੀ ਜਾ ਰਹੀ ਆ। ਕਈ ਮਾਪਿਆਂ ਨੇ ਆਪਣੇ ਬੱਚੇ ਹਟਾ ਕੇ ਸਰਕਾਰੀ ਸਕੂਲਾਂ ਵਿੱਚ ਪਾ ਲਏ ਨੇ ਤੇ ਪ੍ਰਾਈਵੇਟ ਸਕੂਲਾਂ ਦਾ ਤਰਕ ਆ ਜੀ ਇਹ ਜਬਰੀ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ 'ਚੋਂ ਕੱਢ ਕੇ ਸਰਕਾਰੀ ਸਕੂਲਾਂ 'ਚ ਪਾਇਆ ਜਾ ਰਿਹਾ ਹੈਗਾ। ਇਸ ਮਸਲੇ 'ਤੇ ਹਾਈ ਕੋਰਟ 'ਚ ਵੀ ਫੈਸਲਾ ਆ ਚੁੱਕਾ। ਗਾਂ ਸੁਪਰੀਮ ਕੋਰਟ ਤੱਕ ਕੈਪਟਨ ਅਮਰਿੰਦਰ ਸਿੰਘ ਸਰਕਾਰ ਕਹਿ ਰਹੇ ਕਿ ਹਾਈ ਕੋਰਟ 'ਚ ਉਹਨਾਂ ਚੁਣੌਤੀ ਪਾ ਦਿੱਤੀ ਆ। ਜਿਹੜਾ ਬੈਂਚ ਆਇਆ ਸੀ, ਬੈਂਚ ਦਾ ਫੈਸਲਾ, ਉਹਨੂੰ ਚੁਣੌਤੀ ਦਿੱਤੀ ਗਈ ਆ। ਐਜੂਕੇਸ਼ਨ ਸਾਡਾ ਏਜੰਡਾ ਨਹੀਂ ਰਿਹਾ, ਹੈਲਥ ਸਾਡਾ ਏਜੰਡਾ ਨਹੀਂ ਰਿਹਾ ਹੈਗਾ। ਏਜੰਡਾ ਕੀ ਰਹਿ ਗਿਆ ਸਰਕਾਰ ਅੱਗੇ ਜੀ? 5 ਸਾਲ ਜਿੱਤਨੇ ਆ ਤੇ 5 ਸਾਲ ਫਿਰ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਕਿਵੇਂ ਕਰਨੀ ਆ, ਕਿਵੇਂ ਗੱਡੀਆਂ ਲੈਣੀਆਂ ਨੇ, ਕਿਵੇਂ ਘਰਾਂ ਦੀ ਰਿਪੇਅਰ ਕਰਨੀ ਆ, ਕਿਵੇਂ ਅਫਸਰਾਂ ਦੀਆਂ ਮਨਮਰਜ਼ੀਆਂ ਚੱਲਦੀਆਂ ਨੇ ਜੀ। ਪੰਜਾਬ 'ਚ 100 ਤੋਂ ਵੱਧ ਅਜਿਹੇ ਅਫਸਰ ਨੇ ਚੰਡੀਗੜ੍ਹ ਬੈਠੇ ਨੇ ਜੀ। ਇਹ ਮੁੱਖ ਸਕੱਤਰ ਜਿਹੜੇ ਰਹਿ ਚੁੱਕੇ ਨੇ ਕਰਨ ਅਵਤਾਰ ਸਿੰਘ, ਉਹਨਾਂ ਦੀ ਬਹੁਤ ਵੱਡੀ ਮਿਹਰਬਾਨੀ ਹੋਈ ਸੀ ਪੰਜਾਬ ਦੇ ਖਜ਼ਾਨੇ 'ਤੇ ਜੀ। ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਕੋਲੋਂ ਉਸ ਫੈਸਲੇ 'ਤੇ ਸਹੀ ਮਰਵਾ ਲਈ ਸੀ। ਉਹ ਫੈਸਲਾ ਸ਼ਾਇਦ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋਗੇ ਕਿ ਜਿਹੜੇ ਅਫਸਰ ਨੇ ਸਕੱਤਰ ਰੈਂਕ ਦੇ ਜੀ, ਉਹਨਾਂ ਨੇ ਉਹਨਾਂ ਦੇ ਘਰ ਜਿਹੜੇ ਕੰਮ ਕਰਦੇ ਨੌਕਰ ਚਾਕਰ ਹੈ ਨਾ ਜੀ, ਉਹਨਾਂ ਦੀ ਤਨਖਾਹ ਉਹ ਆਪਣੀ ਜੇਬ 'ਚੋਂ ਨਹੀਂ ਦੇਣਗੇ, ਉਹ ਸਰਕਾਰੀ ਖਜ਼ਾਨੇ 'ਚੋਂ ਦੇਣਗੇ ਜੀ। ਔਰ ਇੱਕ ਜਿਹੜੀ ਨੌਕਰ ਦੀ ਤਨਖਾਹ ਚੰਡੀਗੜ੍ਹ ਦੇ ਕਾਨੂੰਨ ਮੁਤਾਬਕ ਉਹ 15,000 ਰੁਪਏ ਬਣਦੇ ਜੀ। ਜਿਹੜਾ ਮਿਨੀਮਮ ਵੇਜ ਆ ਜੀ, ਉਹ ਜਿਹੜੀ ਖਜ਼ਾਨੇ 'ਚੋਂ ਤਨਖਾਹ ਜਾਂਦੀ ਆ ਤੇ ਉਹ ਪੰਜਾਬ ਦੇ ਖਜ਼ਾਨੇ 'ਚੋਂ ਜਾਂਦੀ ਹੈ। ਹਾਲਾਂਕਿ ਇਹ ਜਿਹੜੇ ਅਫਸਰ ਨੇ, ਜਿਹੜੇ ਸੈਕਟਰੀ ਰੈਂਕ ਦੇ ਅਫਸਰ ਨੇ, ਇਹਨਾਂ ਦੀ ਤਨਖਾਹ 2-2 ਲੱਖ ਰੁਪਏ ਨੇ। ਫਿਰ ਵੀ ਇਹ ਜਿਹੜਾ ਬੋਝ ਆ ਘੱਟੋ ਘੱਟ 3-4 ਕਰੋੜ ਰੁਪਈਆ ਸਰਕਾਰੀ ਖਜ਼ਾਨੇ 'ਤੇ ਪਾਇਆ ਗਿਆ। ਪੰਜਾਬ ਦੇ ਵਿੱਚ ਹਜ਼ਾਰਾਂ ਲੋਕ, ਮੁੰਡੇ ਕੁੜੀਆਂ ਬੇਰੁਜ਼ਗਾਰ ਨੇ ਜੀ। ਪਰ ਇਹ ਜਿਹੜੇ ਅਫਸਰਾਂ ਦੇ ਘਰਾਂ ਦੇ ਵਿੱਚ ਨੌਕਰ ਚਾਕਰ ਜਾਂ ਰੋਜੀ ਰੋਟੀ ਤੇ ਵਾਸਤੇ ਲੱਗੇ, ਜਾਂ ਰੋਟੀ ਪਕਾਉਣ ਵਾਸਤੇ ਲੱਗੇ, ਜਾਂ ਉਹਨਾਂ ਦੇ ਘਰ ਦਾ ਕੰਮ ਕਰਨ ਵਾਸਤੇ ਲੱਗੇ ਨੇ, ਇਹਨਾਂ 'ਚੋਂ ਇੱਕ ਵੀ ਪੰਜਾਬੀ ਨਹੀਂ ਹੈ ਜੀ। ਸਾਰੇ ਦੇ ਸਾਰੇ ਜਾਂ ਯੂਪੀ ਦੇ ਨੇ, ਜਾਂ ਹਿਮਾਚਲ ਪ੍ਰਦੇਸ਼ ਦੇ, ਜਾਂ ਉੱਤਰਾਖੰਡ ਦੇ ਨੇ। ਇੱਕ ਵੀ ਪੰਜਾਬੀ ਨੂੰ ਇਹਨਾਂ ਅਫਸਰਾਂ ਨੇ ਨੌਕਰੀ ਨਹੀਂ ਦਿੱਤੀ ਹੈਗੀ। ਪੰਜਾਬ ਦਾ ਨੌਜਵਾਨ ਤੜਫ ਰਿਹਾ ਹੈ, ਉਹਨਾਂ ਨੂੰ ਆਪਣਾ ਭਵਿੱਖ ਨਹੀਂ ਦਿਖ ਰਿਹਾ, ਬਾਹਰ ਜਾ ਰਹੇ ਨੇ ਜੀ ਲੱਖਾਂ ਕਰੋੜਾਂ ਰੁਪਏ ਖਰਚ ਕਰਕੇ। ਲੇਕਿਨ ਮਸਲਾ ਹੈ ਕਿ ਸਰਕਾਰਾਂ ਦਾ ਏਜੰਡਾ ਕਿੱਥੇ ਆ? ਉਹ ਸਰਕਾਰ ਜਿਹੜੇ ਕਹਿ ਰਹੇ ਕਿ ਇੱਕ ਵੈਲਫੇਅਰ ਸਟੇਟ ਆ ਜੀ, ਸਾਡੀ ਪ੍ਰਾਇਓਰਟੀ ਐਜੂਕੇਸ਼ਨ ਆ, ਸਾਡੀ ਪ੍ਰਾਇਓਰਟੀ ਹੈਲਥ ਆ, ਸਾਡੀ ਪ੍ਰਾਇਓਰਟੀ
ਐਗਰੀਕਲਚਰ ਹੈ, ਸਾਡੀ ਪ੍ਰਾਇਓਰਟੀ ਜਵਾਨੀ ਆ ਤੇ ਸਾਡੀ ਪ੍ਰਾਇਓਰਟੀ ਕਿਸਾਨੀ ਆ। ਫਿਰ ਮਸਲਾ ਕਿ ਇਹ ਜਿਹੜੇ ਲਗਜ਼ਰੀ ਕਾਰਾਂ ਦੇ ਜਿਹੜੇ ਅਫਸਰ ਤੇ ਮੰਤਰੀ ਜਾਂ ਵਿਧਾਇਕ ਸ਼ੌਕੀਨ ਨੇ ਉਹ ਫਿਰ ਕਿਉਂ ਲੋਕਾਂ ਨੂੰ ਬੇਵਕੂਫ ਬਣਾਉਂਦੇ ਨੇ ਤੇ ਕਿਉਂ ਬੇਵਕੂਫ ਬਣਾਇਆ ਜਾ ਰਿਹਾ? ਖਜ਼ਾਨਾ ਖਾਲੀ ਆ, ਤੇ ਜੇ ਖਜ਼ਾਨਾ ਖਾਲੀ ਆ ਤੇ ਫਿਰ ਗੱਡੀਆਂ ਵਾਸਤੇ ਪੈਸੇ ਕਿੱਥੋਂ ਆਉਂਦੇ? ਲਾਜ਼ਮੀ ਤੌਰ ਤੇ ਤੁਸੀਂ ਸਰਕਾਰ ਦੀਆਂ ਜਿਹੜੀਆਂ ਸ਼ਰਾਰਤਾਂ ਤੇ ਸ਼ੈਨਤਾਂ ਉਹਨਾਂ ਨੂੰ ਸਮਝ ਚੁੱਕੇ ਹੋਗੇ ਕਿ ਆਖਰ ਪੂਰੇ ਦਾ ਪੂਰਾ ਮਾਜਰਾ ਕੀ ਹੈ। ਤੁਸੀਂ ਬਣੇ ਰਹੋ NB ਨਿਊਜ਼ ਦੇ ਨਾਲ। ਤੁਹਾਡਾ ਬਹੁਤ ਬਹੁਤ ਧੰਨਵਾਦ।